ਤ੍ਰਿਤੀਆ ਦਾ ਅਰਥ ਇੱਥੇ ਤੀਜ शिव जी ਨੂੰ ਆਖੀਏ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਇਸ ਪਾਵਨ ਪੌੜੀ ਦੇ ਅੰਦਰ ਸੱਚੇ ਸਤਿਗੁਰ ਦੁਆਰਾ ਜੋ ਰਚਨਾ ਕੀਤੀ ਗਈ ਹੈ ਉਸ ਦੀ ਵਡਿਆਈ ਤੇ ਵੀ ਨੇ ਉਪਾਏ ਪੈਦਾ ਕੀਤੇ ਹੋਏ। ਬ੍ਰਹਮਾ ਵਿਸ਼ਨੂੰ ਮਹੇਸ਼ ਦੇਵੀ ਦੇਵ ਦੇਵੀਆਂ ਤੇ ਦੇਵਤੇ 9 ਕਰੋੜ ਦੇਵੀਆਂ ਮੰਨੀਆਂ ਗਈਆਂ ਨੇ। 33 ਕਰੋੜ ਦੇਵਤੇ ਮੰਨੇ ਗਏ ਨੇ। ਜੇ ਹੁਣ ਮੈਂ ਇਹਨਾਂ ਦਾ ਖੁਲਾਸਾ ਕਰਾਂ ਤੇ ਹੁਣ 9 ਕਰੋੜ ਦੇਵੀਆਂ ਨੇ ਜਿਹੜੀਆਂ ਇਹਨਾਂ ਨੇ ਸਾਰਾ ਆਪਣਾ ਸਮਾਂ ਜੋ ਕਥਾ ਦਾ ਲੈ ਲੈਣਾ ਫਿਰ ਵੀ ਨਹੀਂ ਦੱਸੀਆਂ ਜਾਣੀਆਂ। ਕਿਸੇ ਨੂੰ ਨੈਣਾ ਦੇਵੀ ਆਖਦੇ ਨੇ, ਕਿਸੇ ਨੂੰ ਜਵਾਲਾ ਦੇਵੀ ਆਖਦੇ ਨੇ, ਕਿਸੇ ਨੂੰ ਦੁਰਗਾ ਆਖਦੇ ਨੇ, ਕਿਸੇ ਨੂੰ ਕਾਲੀ ਆਖਦੇ ਨੇ। ਇਸ ਤਰ੍ਹਾਂ ਇਹਨਾਂ ਦੀ ਤਮਾਮ ਗਿਣਤੀ ਜਿਹੜੀ 9 ਕਰੋੜ ਤੇ ਫਿਰ ਸੂਖਮ ਦੇ ਵਿੱਚ ਇਹਨੂੰ ਜਾਂ ਸੰਖੇਪ ਦੇ ਵਿੱਚ 9 ਦੇਵੀਆਂ ਮੰਨ ਲੈਂਦੇ ਨੇ। 33 ਕਰੋੜ ਅੱਗੇ ਦੇਵਤੇ ਨੇ ਜਿਨ੍ਹਾਂ ਦਾ ਮੁਖੀ ਇੰਦਰ ਦੇਵਤਾ ਉਪਾਏ ਵੇਸਾ। ਇਹਨਾਂ ਸਾਰਿਆਂ ਦੇ ਵੇਸ ਵੱਖੋ ਵੱਖਰੇ ਹਨ ਜੀ। ਜੋਤੀ ਜਾਤੀ ਗਣਤ ਨ ਆਵੈ। ਜੋਤੀ ਜੋਤ ਉਸ ਪਰਮਾਤਮਾ ਦੀ ਹੈ ਸਾਰਿਆਂ ਦੀ। ਕੁਝ ਸ਼ਬਦ ਨਾ ਟੈਕਨੀਕਲ ਸ਼ਬਦ ਹੁੰਦੇ ਨੇ। ਜਦੋਂ ਧੰਨ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਇਹਨਾਂ ਨੂੰ ਆਮ ਬੋਲੀ ਦੇ ਵਿੱਚ ਜਾਂ ਵਿਦਵਾਨ ਨੇ ਜਿਹੜੇ ਉਹ ਮਹਿੰਗੀ ਬਾਣੀ ਆਖ ਦਿੰਦੇ ਨੇ ਤੇ ਅੰਗਰੇਜ਼ੀ ਦੇ ਵਿੱਚ ਟੈਕਨੀਕਲ ਸ਼ਬਦ ਆਖਿਆ ਜਾਂਦਾ ਹੈ। ਇਹਨਾਂ ਦਾ ਥੋੜ੍ਹਾ ਜਿਹਾ ਜਦੋਂ ਖੁਲਾਸਾ ਕੀਤਾ ਜਾਂਦਾ ਹੈ ਉਦੋਂ ਬੜੀ ਵਿਚਾਰ ਦੇ ਨਾਲ ਬੜੀ ਮਿਹਨਤ ਕਰਨੀ ਪੈਂਦੀ ਹੈ ਸਮਝਣ ਦੇ ਲਈ ਤੇ ਸਮਝਾਉਣ ਦੇ ਲਈ। ਜੋਤੀ ਜਾਤੀ, ਜਾਤੀ ਤੋਂ ਇਹ ਨਹੀਂ ਸਮਝਣਾ ਵੀ ਜੱਟ ਜਾਤੀ, ਬ੍ਰਾਹਮਣ ਜਾਤੀ, ਖੱਤਰੀ ਜਾਤੀ, ਇਹ ਜਾਤੀਆਂ ਨਹੀਂ। ਜਾਤੀ ਜੋਤੀ ਜਾਤੀ ਉਸ ਪ੍ਰਭੂ ਪਰਮਾਤਮਾ ਦੀ ਜਿਨ੍ਹਾਂ ਦੇ ਵਿੱਚ ਜੋਤੀ ਜਾਣੀ ਜਾਂਦੀ ਹੈ। ਹੁਣ ਜੋਤੀ ਕਿਹਨਾਂ ਦੇ ਵਿੱਚ ਜਾਣੀ ਜਾਂਦੀ ਹੈ? ਜਿਤਨੀਆਂ ਵੀ ਜੂਨਾਂ ਨੇ ਜੋ ਕੁਝ ਵੀ ਪਰਮਾਤਮਾ ਨੇ ਬਣਾਇਆ ਉਹਨਾਂ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ। ਇਸ ਤਰ੍ਹਾਂ ਕਰਕੇ ਜਾਣਿਆ ਜਾਂਦਾ ਹੈ। ਜੋਤੀ ਜਾਤੀ ਕੰਤ ਨਾ ਆਵੇ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਚਲੋ ਆਹ ਤਾਂ ਅਸੀਂ ਗਿਣਦੇ ਵੀ 3 ਦੇਵਤੇ ਨੇ, ਬ੍ਰਹਮਾ ਹੈ, ਵਿਸ਼ਨੂੰ ਹੈ, ਵਿਸ਼ਨੂੰ ਹੈ ਤੇ ਮਹੇਸ਼ ਸ਼ਿਵ ਜੀ ਹੈ ਤੇ ਦੇਵੀਆਂ ਨੇ ਜਿਹੜੀਆਂ ਉਹ ਵੀ ਇਹਨਾਂ ਦੇ ਗ੍ਰੰਥ ਨੇ ਜਿਨ੍ਹਾਂ ਨੂੰ ਪ੍ਰਾਣ ਆਖਿਆ ਜਾਂਦਾ। 18 ਪ੍ਰਾਣਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ ਸਾਰਿਆਂ ਦਾ ਜ਼ਿਕਰ ਉੱਥੇ ਆ ਜਾਂਦਾ ਹੈ ਤੇ ਉਹਨਾਂ ਦਾ ਵੇਸ ਕਿਸ ਤਰ੍ਹਾਂ ਦਾ ਉਹ ਵੀ ਸਾਰਾ ਕੁਝ ਦੱਸਿਆ। ਜੋਤੀ ਜਾਤੀ ਹੁਣ ਬਾਕੀ ਜਿਹੜੀ ਮੇਦਨੀ ਹੈ, ਜਿਹੜੀ ਬਾਕੀ ਉਸ ਪ੍ਰਭੂ ਪਰਮਾਤਮਾ ਦੀ ਰਚਨਾ ਨਾ ਉਹ ਸਾਰੀ ਦੀ ਗਿਣਤੀ ਕਰਕੇ ਨਹੀਂ ਦੱਸਿਆ ਜਾ ਸਕਦਾ। ਜੋਤੀ ਜਾਤੀ ਗਣਤ ਨਾ ਆਵੇ। ਜਿਨ੍ਹਾਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਜੋਤ ਜਾਣੀ ਜਾਂਦੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਗਿਣ ਕੇ ਨਹੀਂ ਦੱਸ ਸਕਦੇ ਹਾਂ ਜੀ। ਜਿਨ ਸਾਜੀ ਸੋ ਕੀਮਤ ਪਾਵੈ। ਫਿਰ ਜਾਣਦਾ ਕੌਣ ਹੈ? ਜਿਸ ਪਰਮਾਤਮਾ ਨੇ ਇਹਨਾਂ ਸਾਰਿਆਂ ਨੂੰ ਸਾਜਣਾ ਕੀਤਾ ਹੈ। ਇਹ ਵੱਡੇ ਨਹੀਂ, ਇਹਨਾਂ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਇਹਨਾਂ ਨੂੰ ਸਾਜਣ ਵਾਲਾ ਹੈ। ਤੇ ਜਿਸ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ, ਅਸੀਂ ਵੀ ਇਹਨਾਂ ਦੇ ਵਿੱਚ ਹੀ ਆ ਜਾਂਦੇ ਹਾਂ ਤਨਾਤ ਜੂਨਾਂ ਦੇ ਵਿੱਚ। ਮਨੁੱਖਾ ਜੀਵ ਹੈ, ਮਨੁੱਖਾ ਜੂਨ ਹੈ। ਜਿਨ ਸਾਜੀ ਸੋ ਕੀਮਤ ਪਾਵੈ। ਜਿਸ ਪਰਮਾਤਮਾ ਨੇ ਸਾਜਣਾ ਕੀਤਾ ਸਾਨੂੰ ਸਾਰਿਆਂ ਨੂੰ ਉਹ ਆਪ ਹੀ ਜਾਣਦਾ ਵੀ ਕਿੰਨੀਆਂ ਕੁ ਜੂਨਾਂ ਨੇ ਤੇ ਕਿਤਨੀ ਕੁ ਉਸ ਪਰਮਾਤਮਾ ਵਾਹਿਗੁਰੂ ਦੀ ਰਚਨਾ ਹੈ ਜੀ। ਕੀਮਤ ਪਾਏ ਰਹਿਆ ਭਰਪੂਰ। ਉਹ ਆਪ ਪਰਿਪੂਰਨ ਪਰਮਾਤਮਾ ਹੈ। ਰਿਹਾ ਭਰਪੂਰ, ਉਹ ਆਪ ਪਰਿਪੂਰਨ ਪਰਮਾਤਮਾ। ਕੀਮਤ ਪਾਏ, ਫਿਰ ਉਹਦੀ ਕੀਮਤ ਕੌਣ ਪਾਉਂਦਾ ਹੈ? ਧੰਨ ਗੁਰਬਾਣੀ ਦੇ ਅੰਦਰ ਸਾਨੂੰ ਦੱਸਿਆ ਉਹਦੀ ਕੀਮਤ ਪਾਉਣ ਵਾਲਾ। ਕਰਤੇ ਕੀ ਮਿਤ ਜਾਣੇ ਕਰਤਾ। ਕਰਤੇ ਕੀ ਮਿਤ ਜਾਣੇ ਕਰਤਾ। ਤੇ ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨਹੀਂ। ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰ ਸੂਰਾ। ਸੂਰਮਾ ਗੁਰੂ ਵੀ ਜਾਣਦਾ ਹੈ। ਮੇਰੇ ਕੋਲ ਗੱਲ ਨਹੀਂ ਸਮਝ ਆਈ, ਮੈਂ ਇੱਕ ਵਾਰੀ ਹੋਰ ਸਮਝਾਣਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਜਦੋਂ ਦੱਖਣ ਦਿਸ਼ਾ ਵਾਲੇ ਪਾਸੇ ਗਏ ਸਨ ਤੇ ਉੱਥੇ ਇੱਕ ਪੰਡਿਤ ਸੀ, ਵਿਦਵਾਨ ਸੀ।
ਉਹ ਰੋਟੀ ਗਿਣ ਕੇ ਥਿੱਥਾਂ ਦੇ ਵਾਰ ਦੇ ਨਾਲ ਖਾਇਆ ਕਰਦਾ ਸੀ। ਇਹਨੂੰ ਚੰਦਰੈਣ ਵਰਤ ਆਖਿਆ ਜਾਂਦਾ ਹੈ। ਪਹਿਲੇ ਦਿਨ ਇੱਕ ਬੁਰਕੀ ਖਾ ਲੈਣੀ, ਜਾਂ ਇਸ ਤਰ੍ਹਾਂ ਕਹਿ ਲਓ ਜਿਵੇਂ ਜਿਵੇਂ ਚੰਦ ਵੱਧਦਾ ਨਾ ਉਵੇਂ ਉਵੇਂ ਖੁਰਾਕ ਵਧਾਈ ਜਾਣੀ, ਅਤੇ ਜਿਵੇਂ ਜਿਵੇਂ ਚੰਦ ਘਟਦਾ ਫਿਰ ਉਵੇਂ ਉਵੇਂ ਘਟਾਈ ਜਾਣੀ। ਅਤੇ ਗੁਰੂ ਨਾਨਕ ਦੇਵ ਜੀ ਉਹਨੂੰ ਸਿੱਖਿਆ ਦੇ ਰਹੇ ਨੇ, ਭਾਈ ਇਹ ਤਾਂ ਤੂੰ ਥਿੱਤਾਂ ਦੇ ਹਿਸਾਬ ਦੇ ਨਾਲ ਗਿਣਤੀ ਕਰ ਲੈਣਾ ਹੈ। ਅੱਜ ਇੱਕ ਬੁਰਕੀ ਖਾਧੀ, ਕੱਲ੍ਹ ਨੂੰ 2 ਖਾ ਲੈਣੀਆਂ ਨੇ, ਪਰਸੋਂ 3 ਖਾ ਲੈਣੀਆਂ। ਅਤੇ ਉਸ ਪਰਮਾਤਮਾ ਦੀ ਇਤਨੀ ਵੱਡੀ ਰਚਨਾ ਹੈ, ਉਹ ਸਾਰੀ ਰਚਨਾ ਦੀ ਤੂੰ ਗਿਣਤੀ ਕਿਵੇਂ ਕਰੇਂਗਾ। ਇਸ ਲਈ ਇਹ ਮਨ ਮਤ ਹੈ। ਉਸ ਪਰਮਾਤਮਾ ਦਾ ਜੋ ਕੁਝ ਬਣਾਇਆ ਨਾ ਉਹ ਆਪ ਹੀ ਜਾਣਦਾ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰ ਸੂਰਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਨ ਸਾਜੀ ਸੋ ਕੀਮਤ ਪਾਵੇ। ਜਿਸ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਸਾਜਿਆ ਹੋਇਆ ਉਹ ਆਪ ਜਾਣਦਾ ਹੈ, ਉਹ ਕੀਮਤ ਪਾਉਂਦਾ ਹੈ। ਕੀਮਤ ਪਾਏ, ਇੱਕ ਹੋਰ ਕੀਮਤ ਪਾ ਸਕਦਾ ਹੈ। ਕੌਣ? ਗੁਰ ਸੂਰਾ। ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੈ ਗੁਰ ਸੂਰਾ। ਜਾਂ ਸੂਰਮਾ ਗੁਰੂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀਮਤ ਪਾਏ, ਇਹ ਵੀ ਕੀਮਤ ਪਾ ਸਕਦੇ ਨੇ। ਰਿਹਾ ਭਰਪੂਰ, ਉਹ ਪਰਿਪੂਰਨ ਪਰਮਾਤਮਾ ਪੂਰਨ ਰੂਪ ਦੇ ਵਿੱਚ ਸਾਰਿਆਂ ਦੇ ਅੰਦਰ ਹੈ ਜੀ। ਕਿਸ ਨੇੜੇ ਕਿਸ ਆਖਾ ਦੂਰ। ਜਦੋਂ ਉਹ ਸਾਰਿਆਂ ਦੇ ਅੰਦਰ ਪਰਮਾਤਮਾ ਹੈ ਤੇ ਫਿਰ ਆਪਾਂ ਕਿਸੇ ਦੇ ਨੇੜੇ ਜਾਂ ਦੂਰ ਨਹੀਂ ਆਖ ਸਕਦੇ। ਇਹ ਨਹੀਂ ਆਖ ਸਕਦੇ ਵੀ ਰੱਬ ਇਸ ਤੋਂ ਦੂਰ ਹੈ ਤੇ ਇਸ ਦੇ ਨੇੜੇ ਹੈ। ਸਾਰੇ ਉਸ ਦੇ ਬਣਾਏ ਨੇ, ਸਾਰੀ ਰਚਨਾ ਉਸ ਦੀ ਹੈ। ਮਾੜੇ ਵੀ ਉਸ ਦੇ ਬਣਾਏ ਨੇ, ਚੰਗੇ ਵੀ ਉਸ ਦੇ ਬਣਾਏ ਨੇ। ਚੀਟੀ ਤੇ ਕੂੰਚਰ ਅਸਥੂਲਾ। ਚੀਂਟੀ ਕਹਿੰਦੇ ਨੇ ਕੀੜੀ ਨੂੰ, ਇਹ ਹਿੰਦੀ ਦਾ ਸ਼ਬਦ ਹੈ। ਆਪਾਂ ਕੀੜੀ ਆਖ ਦਿੰਦੇ ਹਾਂ, ਉਹ ਚੀਂਟੀ ਆਖਦੇ ਨੇ। ਇਹ ਸ਼ਬਦ ਨੇ ਜਿਹੜੇ, ਇਹਨਾਂ ਦੇ ਅਰਥ ਲੈਂਗੁਏਜ ਦੇ ਹਿਸਾਬ ਦੇ ਨਾਲ ਹੁੰਦੇ ਨੇ। ਹੁਣ ਬਾਬਾ ਫਰੀਦ ਜੀ ਦਾ ਸ਼ਬਦ ਹੁੰਦਾ ਹੈ ਕੀੜੀ ਪਵੰਦੀ। ਹੁਣ ਬਾਬਾ ਫਰੀਦ ਜੀ ਨੇ ਇੱਥੇ ਕੀੜੀ ਸੁਣਨ ਨੂੰ ਆਖਿਆ, ਆਵਾਜ਼। ਇਹ ਪਹਾੜੀ ਏਰੀਏ ਹਿਮਾਚਲ ਦੇਸ਼ ਦੀ ਬੋਲੀ ਹੈ। ਆਪਾਂ ਕਹਿੰਦੇ ਤੈਨੂੰ ਆਵਾਜ਼ ਨਹੀਂ ਸੁਣਦੀ, ਤੇ ਆਪਾਂ ਇਹ ਵੀ ਆਖ ਦਿੰਦੇ ਹਾਂ ਇਹਦੇ ਤੇ ਅਸਰ ਨਹੀਂ ਹੁੰਦਾ। ਆਪਾਂ ਜਿਹੜੀਆਂ ਇਹਨੂੰ ਗੱਲਾਂ ਦੱਸ ਰਹੇ ਨਾ ਮੱਤ ਵਾਲੀਆਂ, ਸਿਆਣਪ ਵਾਲੀਆਂ, ਇਹਦੇ ਤੇ ਕੰਨ ਕੋਲੇ ਕੀੜੀ ਵੀ ਨਹੀਂ ਸਰਕਦੀ। ਹੁਣ ਕੀੜੀ ਦਾ ਅਰਥ ਆਵਾਜ਼ ਸੁਣਨਾ ਨਹੀਂ ਹੈ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇੱਥੇ ਸਾਨੂੰ ਇਹ ਦੱਸ ਰਹੇ ਨੇ, ਕੀਮਤ ਪਾਏ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਉਹ ਨੇੜੇ ਕਹਿੰਦੇ ਵੇ ਤੇ ਦੂਰ ਕਹਿੰਦੇ ਵੇ। ਚੀਟੀ ਤੇ ਕੂੰਚਰ ਅਸਤੂਲਾ, ਉਹ ਕੀੜੀ ਵਿੱਚ ਵੀ ਹੈ ਤੇ ਹਾਥੀ ਵਿੱਚ ਵੀ। ਹੁਣ ਸੋਚਣ ਵਾਲੀ ਗੱਲ ਹੈ ਵੀ ਕੀੜੀ ਹੈ ਜਿਹੜੀ ਇਹ ਨਿੱਕੀ ਜਿਹੀ ਹੈ ਤੇ ਹਾਥੀ ਹੈ ਜਿਹੜਾ ਇਹ ਬੜਾ ਵੱਡਾ ਹੈ। ਫਿਰ ਦਾਸ ਇਹਨੂੰ ਨਾ ਇਸ ਨੁਕਤੇ ਦੇ ਨਾਲ ਸਮਝਾਉਂਦਾ ਹੈ। ਬਰਫ਼ ਵੇਖੋ ਠੰਡੀ ਹੈ, ਪਾਣੀ ਹੈ, ਪਾਣੀ ਠੰਡਾ ਹੋ ਕੇ ਜੰਮ ਕੇ ਬਰਫ਼ ਬਣ ਗਿਆ। ਉਹਦੇ ਨਾਲੋਂ ਕਸਕਾਸ ਦੇ ਜਾਂ ਰਾਈ ਸਰੋਂ ਦੇ ਦਾਣੇ ਜਿੰਨੀ ਬਰਫ਼ ਥੋੜ੍ਹੀ ਜਿਹੀ ਤੋੜ ਲਓ ਤੇ ਇਹਦੇ 'ਚ ਵੀ ਠੰਡ ਹੋਣੀ ਹੈ ਤੇ ਵੱਡੀ ਡਲੀ ਦੇ ਵਿੱਚ ਵੀ ਠੰਡ ਹੋਣੀ ਹੈ। ਉਸੇ ਤਰ੍ਹਾਂ ਜਿਵੇਂ ਇਸ ਬਰਫ਼ ਦੇ ਹਰ ਕਣ ਕਣ ਦੇ ਵਿੱਚ ਠੰਡ ਹੈ ਜਿਹੜੀ ਉਹ ਬਰਾਬਰ ਹੈ, ਉਹ ਪਰਮਾਤਮਾ ਵੀ ਛੋਟੇ ਤੇ ਵੱਡੇ ਸਾਰੇ ਜੀਵਾਂ ਦੇ ਵਿੱਚ ਬਰਾਬਰ ਹੈ ਆਪਣੀ ਸਤਾ ਕਰਕੇ। ਵਾਹਿਗੁਰੂ ਪਰਮਾਤਮਾ ਆਪਣੀ ਸਤਾ ਕਰਕੇ ਉਹ ਸਾਰਿਆਂ ਦੇ ਵਿੱਚ ਭਰਪੂਰ ਹੈ, ਪਰਿਪੂਰਨ ਹੈ। ਕਿਸ ਨੇੜੇ ਕਿਸ ਆਖਾ ਦੂਰ। ਤੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਅਸੀਂ ਕਿਸ ਦੇ ਨੇੜੇ ਜਾਂ ਕਿਸੇ ਦੇ ਦੂਰ ਇਹ ਨਹੀਂ ਆਖ ਸਕਦੇ। ਇਹ ਕਿਹਾ ਨਹੀਂ ਜਾ ਸਕਦਾ ਵੀ ਉਹ ਕਿਸੇ ਦੇ ਨੇੜੇ ਹੈ, ਕਿਸੇ ਦੇ ਦੂਰ ਹੈ, ਕਿਉਂਕਿ ਉਹ ਸਾਡੇ ਅੰਦਰ ਹੀ ਵਿਆਪਕ ਹੈ ਜੀ। ਚੌਥ ਪਾਏ ਚਾਰੇ ਬੇਦਾ। ਹੁਣ ਅੱਗੇ ਚੌਥੀ ਥਿੱਤ ਨੂੰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਿਧਾਂਤ ਬਣਾ ਕੇ ਦੱਸਦੇ ਨੇ ਵੀ 4 ਵੇਦ ਨੇ ਜਿਹੜੇ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਰਚਨਾ ਹੈ ਜੀ। ਬਾਣੀ ਚਾਰੇ ਬਾਣੀ ਭੇਦਾ। 4 ਬਾਣੀਆਂ ਨੇ, ਅੰਡਜ, ਜੀਰਜ, ਸੇਤਜ ਤੇ ਪੁੱਤ ਪੁੱਜ। 4 ਤਰੀਕਿਆਂ ਨਾਲ ਇਸ ਦੁਨੀਆ ਦੀ ਜਿਹੜੀ ਹੈ ਨਾ ਇਹ ਪੈਦਾਇਸ਼ ਹੋ ਰਹੀ ਹੈ। ਮੈਂ ਇੱਥੇ ਨਾ ਇੱਕ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਾਂਗਾ। ਜੇ ਚੰਗੀ ਲੱਗੇ ਤਾਂ ਆਪ ਜੀ ਨੇ ਉਹਨੂੰ ਸਮਝ ਕੇ
ਆਪ ਦੇ ਪਾਸ ਰੱਖ ਰਹਿਣਾ ਹੈ। ਜੇ ਨਾ ਚੰਗੀ ਲੱਗੇ ਤੇ ਫਿਰ ਉਹਨੂੰ ਨਾ ਮੇਰੀ ਅਸਮਝ ਸਮਝ ਕੇ ਮੈਨੂੰ ਵਾਪਸ ਦੇ ਦੇਣੀ ਹੈ। ਧੰਨ ਗੁਰਬਾਣੀ ਦਾ ਆਪਾਂ ਹਰ ਰੋਜ਼ ਪਾਠ ਕਰਦੇ ਹਾਂ ਤੇ ਪਾਵਨ ਸ਼ਬਦ ਆਉਂਦਾ ਹੈ, ਪਾਤਾਲਾਂ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇਕ ਵਾਤ, ਸਹਿਸ 18 ਕਹਿਣ ਕਤੇਬਾ, ਅਸਲੂ ਇਕ ਦਾਤ। ਇਹ ਜਿਹੜਾ ਸਿਧਾਂਤ ਹੈ ਨਾ, ਇਹ ਹਿੰਦੂ ਮਤ ਦਾ ਸਿਧਾਂਤ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਹਿੰਦੂ ਮਤ ਦਾ ਸਿਧਾਂਤ ਦੱਸ ਕੇ ਨਾ ਵੀ ਹਿੰਦੂ ਮਤ ਤੇ ਕਤੇਬਾ ਮੁਸਲਮਾਨੇ ਮਤ ਦੇ ਵਿੱਚ ਆ ਕੁਝ ਮੰਨਿਆ ਗਿਆ, ਪਰ ਇਹ ਯਥਾਰਥ ਨਹੀਂ। ਮੈਂ ਇੱਕ ਵਾਰੀ ਫਿਰ ਸਮਝਾਉਣ ਦਾ ਯਤਨ ਕਰਾਂਗਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਸਨਾਤਨ ਧਰਮ, ਹੋਰ ਵੀ ਸਾਰੇ ਧਰਮਾਂ ਦੇ ਕੁਝ ਇੱਕ ਸਿਧਾਂਤ ਗੁਰਬਾਣੀ ਦੇ ਅੰਦਰ ਦਰਜ ਕਰਕੇ ਨਾ ਤੇ ਫਿਰ ਇਹ ਆਖਿਆ ਵੀ ਇਹ ਇਹਨਾਂ ਦੁਆਰਾ ਮੰਨੇ ਗਏ ਨੇ, ਪਰ ਇਹ ਸੱਚ ਨਹੀਂ। ਸੱਚ ਕੀ ਇਹ ਬੇਅੰਤ, ਉਹਦਾ ਅੰਤ ਕੋਈ ਨਹੀਂ। ਉਸ ਪਰਮਾਤਮਾ ਦਾ ਨਾ ਅੰਤ ਕੋਈ ਨਹੀਂ। ਆਪਣੀ ਵਿਚਾਰ ਦੇ ਲਈ ਜਿਹੜੇ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਜਿੰਨੀ ਕੁ ਸੋਝੀ ਹੋਈ ਹੈ ਉਹਨਾਂ ਕੁ ਉਹਨਾਂ ਨੇ ਗਿਆਨ ਦੇ ਦਿੱਤਾ ਹੈ। ਮੈਂ ਇੱਕ ਹੋਰ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕਰਦਾ, ਸ਼ਾਇਦ ਗੱਲ ਸਮਝ ਆ ਜਾਵੇ। ਆਪ ਗੁਰਬਾਣੀ ਦੇ ਅਰਥ ਵੱਖ-ਵੱਖ ਵਿਦਵਾਨਾਂ ਤੋਂ ਸਰਵਣ ਕਰਦੇ ਹੋ, ਕਥਾ ਤੁਸੀਂ ਵੱਖ-ਵੱਖ ਸਰਵਣ ਕਰਦੇ ਹੋ, ਮੈਨੂੰ ਪਤਾ ਹੈ। ਇੱਕ ਸ਼ਬਦ ਨੂੰ ਤੁਸੀਂ ਵੱਖ-ਵੱਖ ਵਿਦਵਾਨਾਂ ਤੋਂ ਜਦੋਂ ਸਰਵਣ ਕਰੋਗੇ ਨਾ, ਉਹਨਾਂ ਦੇ ਆਪਸੀ ਤੁਹਾਨੂੰ ਮਤਭੇਦ ਅਨੁਭਵ ਹੋਣਗੇ ਵੀ ਇਹਨੇ ਕੁਝ ਹੋਰ ਆਖਿਆ ਸੀ ਤੇ ਉਹਨੇ ਕੁਝ ਹੋਰ ਆਖਿਆ ਸੀ। ਇਹ ਗਲਤ ਇਹਨਾਂ ਚੋਂ ਕੋਈ ਵੀ ਨਹੀਂ, ਸਾਰੇ ਸਹੀ ਨੇ। ਤੇ ਫਿਰ ਇਹ ਵੱਖੋ ਵੱਖਰੇ ਸ਼ਬਦ ਅਰਥ ਨੇ, ਜਿਹੜੇ ਵਿਚਾਰਾਂ ਨੇ, ਜਿਹੜੀਆਂ ਕਿਉਂ ਨੇ, ਆਪੋ ਆਪਣੀ ਪਹੁੰਚੇ, ਆਪੋ ਆਪਣੀ ਪਹੁੰਚੇ। ਕੋਈ ਥੋੜਾ ਪੜ੍ਹਿਆ, ਉਹਦੇ ਕੋਲ ਵਿਦਿਆ ਦੀ ਦਾਤ ਥੋੜੀ ਹੈ, ਗੁਰੂ ਨੇ ਉਹਨੂੰ ਉਹਨੇ ਜੋਗਾ ਹੀ ਰੱਖਿਆ ਹੈ, ਉਹਨੂੰ ਉਤਨਾ ਕੁ ਗਿਆਨ ਨੇ। ਕੋਈ ਹੈ ਉਹਨੂੰ ਗੁਰੂ ਨੇ ਬਹੁਤ ਜ਼ਿਆਦਾ ਗਿਆਨ ਦਿੱਤਾ, ਕੋਈ ਹੋਰ ਹੈ ਉਹਨੂੰ ਉਸ ਤੋਂ ਵੀ ਜ਼ਿਆਦਾ ਗਿਆਨ ਦਿੱਤਾ ਹੈ। ਜਿਵੇਂ ਜਿਵੇਂ ਉਸ ਪਰਮਾਤਮਾ ਨੇ, ਸੱਚੇ ਸਤਿਗੁਰੂ ਨੇ ਆਪਣੇ ਆਪਣੇ ਗੁਰਸਿੱਖਾਂ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਉਵੇਂ ਉਵੇਂ ਉਹਨਾਂ ਨੂੰ ਸੋਝੀ ਆਈ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਦੇ ਸਮੇਂ ਜਦੋਂ ਬ੍ਰਾਹਮਣਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਇਹ ਕਹਿਣ ਲੱਗੇ, ਜੀ ਧਰਤੀ ਹੈ ਨਾ ਜਿਹੜੀ, ਇਹ ਇੱਕ ਬਲਦ ਨੇ ਸਿੰਘ ਤੇ ਚੱਕੀ ਹੋਈ ਹੈ। ਅਸੀਂ ਵੀ ਨਿੱਕੇ ਹੁੰਦੇ ਸੁਣਦੇ ਰਹੇ ਹਾਂ, ਬਲਦ ਨੇ ਸਿੰਘ ਤੇ ਧਰਤੀ ਨੂੰ ਚੁੱਕਿਆ ਹੋਇਆ ਹੈ, ਤੇ ਜਦੋਂ ਇਹ ਸਿੰਘ ਤੋਂ ਦੂਜੇ ਸਿੰਘ ਤੇ ਧਰਤੀ ਨੂੰ ਚੁੱਕਦਾ ਨਾ, ਥੱਕ ਜਾਂਦਾ ਇੱਕ ਸਿੰਘ, ਤੇ ਫਿਰ ਦੂਜੇ ਸਿੰਘ ਨੂੰ ਥੱਲੇ ਧਰਤੀ ਦੇ ਲਾਉਂਦਾ ਹੈ, ਤੇ ਉਦੋਂ ਧਰਤੀ ਹਿੱਲਦੀ ਹੈ, ਭੁਚਾਲ ਆਉਂਦਾ ਹੈ। ਅਸੀਂ ਵੀ ਸੁਣਦੇ ਰਹੇ ਹਾਂ, ਤੁਸੀਂ ਵੀ ਸੁਣਿਆ ਹੋਣਾ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਪਾਰ ਤਲੇ ਕਮਣ ਜੋਰ। ਫਿਰ ਬਲਦ ਕਾਹਦੇ ਤੇ ਖੜਾ, ਇਹਦਾ ਅਰਥ ਇਹ ਆ, ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰ ਹੋਈ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਅਸੀਂ ਸਹਿਮਤ ਆ ਤੁਹਾਡੇ ਨਾਲ, ਤੁਸੀਂ ਇਹ ਆਖਦੇ ਹੋ ਧਰਤੀ ਨੂੰ ਬਲਦ ਨੇ ਚੱਕਿਆ, ਤੇ ਫਿਰ ਉਹ ਬਲਦ ਕਾਹਦੇ ਤੇ ਖੜਾ ਹੈ, ਥੱਲੇ ਹੋਰ ਧਰਤੀ ਹੈ, ਫਿਰ ਉਹ ਧਰਤੀ ਕਾਹਦੇ ਤੇ ਖੜੀ ਹੈ। ਇਸ ਤਰ੍ਹਾਂ ਫਿਰ ਪੰਡਤਾਂ ਨੂੰ ਨਾ ਅੱਗੇ ਗੱਲ ਨਹੀਂ ਸੀ ਔੜੀ, ਗੱਲ ਨਹੀਂ ਸੀ ਆਈ। ਹੁਣ ਪਹੁੰਚੇ ਵੱਖ-ਵੱਖ ਧਰਮਾਂ ਦੇ ਵਿੱਚ, ਕੋਈ 14 ਤਬਕ ਮੰਨਦਾ ਹੈ, ਕੋਈ 3 ਲੋਕ ਮੰਨਦਾ, ਤੇ ਗੁਰਬਾਣੀ ਦੇ ਅੰਦਰ 14 ਤਬਕ, 7 ਆਕਾਸ਼ ਤੇ 7 ਪਤਾਲ ਨੇ ਜਿਹੜੇ ਉਹ ਆਏ ਸਨ। ਤੇ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਆਗਾਸਾਂ ਆਗਾਸ, ਵੀ ਜਿਹੜੇ ਆਗਾਸ ਨੇ ਨਾ, ਤੁਸੀਂ 7 ਨਾ ਆਖੋ, ਲੱਖ, ਇਹ ਤਾਂ ਲੱਖਾਂ ਤੋਂ ਵੀ ਅੱਗੇ ਨੇ। ਪਹੁੰਚੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੀ। ਸੋ ਇੱਥੇ ਵੀ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਜੋ ਇਹ ਵਿਚਾਰਾਂ ਦਿੱਤੀਆਂ ਨੇ ਗੁਰਬਾਣੀ ਦੇ ਨਾਲ, ਸਾਨੂੰ ਇਹ ਦੱਸਿਆ ਵੀ ਇਹਨਾਂ ਦੇ ਧਰਮ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ, ਪਰ ਉਸ ਦਾ ਅੰਤ ਕੋਈ ਨਹੀਂ। ਜਾਨੀ ਜੋ ਜਿਸ ਨੇ ਲਿਖਿਆ, ਜਿੱਥੋਂ ਤੱਕ ਉਹਦੀ ਅਪਰੋਚ ਹੈ, ਉਹਨੇ ਉਹਨੂੰ ਲਿਖ ਦਿੱਤਾ। ਉਹਨੂੰ ਜਦੋਂ ਲਿਖ ਦਿੱਤਾ ਤੇ ਦੂਜਾ ਜਿਹੜਾ ਸੀ, ਉਹਦੀ ਅਪਰੋਚ ਹੋਰ ਵੱਧ ਗਈ, ਗਿਆਨ ਹੋਰ ਵੱਧਦਾ, ਉਹਨੇ ਅੱਗੇ ਹੋਰ ਕੁਝ ਲਿਖ ਦਿੱਤਾ।
ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਚੌਥ ਉਪਾਏ ਚਾਰੇ ਵੇਦਾ, ਚਾਰ ਵੇਦ ਨੇ ਤੇ ਇਹਨਾਂ ਦੇ 52 ਉਪਨਿਸ਼ਦ ਵੀ ਅੱਗੇ ਬਣੇ ਹੋਏ ਨੇ। ਫਿਰ ਇਹਨਾਂ ਸਾਰਿਆਂ ਦਾ ਜਦੋਂ ਸੰਗ੍ਰਹਿਲਾ ਕਰਦੇ ਨੇ ਤੇ 108 ਬਣਦੇ ਨੇ। ਇਹ ਚਾਰੇ ਵੇਦ ਨੇ ਜਿਹੜੇ, ਇਹ ਵੀ ਉਸ ਪਰਮਾਤਮਾ ਦੇ ਬਣਾਏ ਹੋਏ ਨੇ। ਖਾਣੀ ਚਾਰੇ, ਚਾਰ ਖਾਣੀਆਂ ਨੇ ਜਿੱਥੋਂ ਗੱਲ ਚੱਲੀ ਸੀ। ਚਾਰ ਤਰ੍ਹਾਂ ਦੀ ਪੈਦਾਇਸ਼ ਜਿਹੜੀ ਗੁਰਬਾਣੀ ਇਸ ਦੀ ਹਾਮੀ ਨਹੀਂ ਭਰਦੀ ਵੀ ਹਾਂ ਬਿਲਕੁਲ ਚਾਰ ਤਰ੍ਹਾਂ ਦੀ ਪੈਦਾਇਸ਼ ਹੀ ਹੈ। ਇਹ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਚਲੋ ਜੇ ਤੁਸੀਂ ਮੰਨਦੇ ਹੋ ਚਾਰ ਪ੍ਰਕਾਰ ਦੀਆਂ ਖਾਣੀਆਂ ਨੇ, ਚਾਰ ਪ੍ਰਕਾਰ ਦੀ ਦੁਨੀਆ ਪੈਦਾ ਹੁੰਦੀ ਹੈ, ਸੰਸਾਰ ਦੇ ਅੰਦਰ ਜੂਨਾਂ ਪੈਦਾ ਹੁੰਦੀਆਂ ਨੇ, ਤੇ ਤੁਹਾਡੇ ਮਤ ਦੇ ਨਾਲ ਅਸੀਂ ਸਹਿਮਤ ਹੋ ਜਾਂਦੇ ਹਾਂ। ਇੱਕ ਲਈ ਸਿਰਫ ਸਮਝਣ ਤੇ ਸਮਝਾਉਣ ਦੇ ਲਈ, ਪਰ ਉਸ ਦਾ ਅੰਤ ਕੋਈ ਨਹੀਂ। ਖਾਣੀ ਚਾਰੇ, ਹੁਣ ਅਮੀਬਾ ਹੈ, ਇੱਕ ਨਿੱਕਾ ਜਿਹਾ ਜੀਵ ਹੈ, ਉਹ ਇਹਨਾਂ ਚਾਰਾਂ ਖਾਣੀਆਂ ਦੇ ਵਿੱਚ ਨਹੀਂ ਜਿਉਂਦਾ। ਮੈਂ ਆਪ ਜੀ ਨੂੰ ਜੋ ਤੋਰੀ ਇਹ ਗੱਲ ਉਸ ਦੀ ਤਸੱਲੀ ਕਰਵਾ ਦਿਆਂ। ਸਾਇੰਸ ਦੀ ਕਿਤਾਬ ਲੈ ਲਓ, ਉਹਦੇ ਵਿੱਚ ਇੱਕ ਜੀਵ ਦਾ ਜ਼ਿਕਰ ਹੁੰਦਾ, ਉਹਨੂੰ ਅਮੀਬਾ ਆਖਦੇ ਨੇ। ਹੁਣ ਇਹ ਇਹਨਾਂ ਚਾਰਾਂ ਖਾਣੀਆਂ ਦੇ ਵਿੱਚ ਨਹੀਂ ਆਉਂਦਾ, ਨਾ ਅੰਡਜ ਖਾਣੀ ਦੇ ਵਿੱਚ ਆਉਂਦਾ ਹੈ, ਨਾ ਜੀਰਜ ਖਾਣੀ, ਨਾ ਉਤਪੁਜ ਤੇ ਨਾ ਹੀ ਫਿਰ ਆਉਂਦਾ ਕਾਹਦੇ 'ਚ। ਉਹਦੇ ਤੇ ਜਦੋਂ ਕੋਈ ਪਸ਼ੂ ਪੈਰ ਰੱਖ ਦਿੰਦਾ ਨਾ ਚਿੱਕੜ 'ਚ ਹੁੰਦਾ, ਉਹਦੇ ਟੁਕੜੇ ਹੋ ਜਾਂਦੇ ਨੇ ਤੇ 2 ਅਮੀਬੇ ਬਣ ਜਾਂਦੇ ਜੇ। ਉਹ 2 ਅਮੀਬੇ ਬਣ ਗਏ ਨੇ। ਫਿਰ ਉਹਨਾਂ ਦੇ ਉੱਤੇ ਕਿਸੇ ਹੋਰ ਨੇ ਪੈਰ ਰੱਖਤਾ ਜਾਂ ਕਿਸੇ ਹੋਰ ਕਾਰਨ ਟੁਕੜੇ ਹੋ ਗਏ ਤੇ ਫਿਰ 3, 4, 5 ਅਮੀਬੇ ਬਣ ਜਾਂਦੇ ਨੇ। ਜਿੰਨੇ ਉਹਦੇ ਟੁਕੜੇ ਹੁੰਦੇ ਜਾਣ ਉਨੇ ਹੀ ਉਹਦੇ ਅਮੀਬੇ ਬਣਦੇ ਜਾਂਦੇ ਨੇ। ਬਾਹੋਂ ਦੀ ਪੈਦਾਇਸ਼ ਇਸ ਤਰ੍ਹਾਂ ਹੁੰਦੀ ਹੈ। ਉਹ ਜਿਵੇਂ ਆਮ ਦੂਜੀਆਂ ਜੂਨਾਂ ਦੇ ਵਿੱਚ ਕੋਈ ਆਂਡਿਆਂ ਤੋਂ ਪੈਦਾ ਹੁੰਦਾ ਹੈ, ਕੋਈ ਮਾਂ ਜਨਮ ਦਿੰਦੀ ਹੈ ਕਿਸੇ ਨੂੰ ਜੇਰਜ ਦੇ ਨਾਲ, ਤੇ ਕੁਝ ਧਰਤੀ ਤੋਂ ਬੀਜ ਬੀਜਦੇ ਆ ਇਹ ਉੱਗਦੇ ਨੇ, ਤੇ ਕੁਝ ਪਈ ਗਰਮੀ ਤੇ ਸਰਦੀ ਦੇ ਨਾਲ ਪੈਦਾ ਹੁੰਦੇ ਨੇ, ਤੇ ਇਹ ਤਾਂ ਫਿਰ ਇਹਨਾਂ ਚਾਰਾਂ 'ਚ ਹੀ ਨਹੀਂ ਜੀ ਹੁੰਦਾ। ਸੋ ਇਸ ਲਈ ਦਾਸ ਨੇ ਆਪ ਜੀ ਦੀ ਇਸ ਸ਼ੰਕਾ ਨੂੰ ਨਿਵਰਤ, ਹੋਰ ਵੀ ਇਸ ਤਰ੍ਹਾਂ ਦੇ ਮੈਂ ਬਹੁਤ ਕੁਝ ਪੜ੍ਹਿਆ ਹੈ। ਇੱਕ ਗ੍ਰੰਥ ਹੁੰਦਾ ਹੈ, ਉਹਦੇ ਵਿੱਚ 5 ਲੱਖ ਜੀਵਾਂ ਦਾ ਵੱਖੋ ਵੱਖਰਾ ਗਿਆਨ ਦਿੱਤਾ। ਮੈਂ ਉੱਧਰ ਨਾ ਜਾਵਾਂ, ਸਮਾਂ ਆਪਣੀ ਚਾਲ ਨਾਲ ਤੁਰਿਆ ਜਾਂਦਾ ਹੈ। ਖਾਣੀ ਚਾਰੇ, ਚਾਰ ਖਾਣੀਆਂ ਨੇ, ਬਾਣੀ ਵੇਦਾ ਤੇ ਬਾਣੀ ਜਿਹੜਾ ਭੇਦਾ, ਭੇਦਾ ਦਾ ਅਰਥ ਹੈ ਭੇਦ, ਤੇ 4 ਪ੍ਰਕਾਰ ਦੀਆਂ ਬਾਣੀਆਂ ਨੇ। ਹੁਣ ਇਹ ਜਿਹੜੀਆਂ 4 ਬਾਣੀਆਂ ਨੇ ਨਾ, ਇਹਨਾਂ ਨੂੰ ਪਰਾ, ਬਸੰਤੀ, ਮਧਮਾ ਤੇ ਬੈਖਰੀ ਆਖਦੇ ਨੇ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਵੀ ਵੇਖੋ ਤੁਹਾਡੇ ਧਰਮ ਦੇ ਅਨੁਸਾਰ 4 ਵੇਦ ਨੇ ਉਸ ਪਰਮਾਤਮਾ ਤੋਂ ਪੈਦਾ ਕੀਤੇ ਹੋਏ, ਤੇ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਅੰਦਰ 4 ਖਾਣੀਆਂ ਤੇ 4 ਪ੍ਰਕਾਰ ਦੀਆਂ ਬਾਣੀਆਂ ਦਾ ਹੀ ਗਿਆਨ ਹੁੰਦਾ ਹੈ ਜੀ। ਅਸ਼ਟ ਦਸਾ ਖਟ ਤੀਨ ਉਪਾਏ। ਅਸ਼ਟ ਦਸਾ 8 ਤੇ ਪਲੱਸ 10, ਅਸ਼ਟ ਦਸਾ ਇਹਦਾ ਅਰਥ ਹੈ 8 ਤੇ ਪਲੱਸ 10 18 ਹੋ ਗਏ। 18 ਨੇ ਪ੍ਰਾਣ, ਖੱਡ, ਖੱਡ ਕਹਿੰਦੇ ਨੇ 6 ਨੂੰ, 6 ਸ਼ਾਸਤਰ ਨੇ, 3 ਉਪਾਏ। ਇਹ 3 ਜਿਹੜੇ ਨੇ 3 ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਉਪਾਏ। ਇਸ ਤਰ੍ਹਾਂ ਇਹ ਵੀ ਪੈਦਾ ਕੀਤੇ ਹੋਏ ਹਨ ਜੀ। ਸੋ ਬੁਝੈ ਜਿਸ ਆਪ ਬੁਝਾਏ। ਸਮਝ ਕੋਈ ਨਹੀਂ, ਸਮਝ ਕੋਈ ਨਹੀਂ। ਸਮਝ ਕਿਉਂ ਨਹੀਂ? ਆ ਮੈਂ ਵੀ ਪੜ੍ਹ ਲਿਆ, ਇੱਥੇ ਗੁਰਬਾਣੀ ਦੇ ਅੰਦਰ ਵੀ ਪੜ੍ਹ ਲਿਆ, ਤੇ ਸਨਾਤਨ ਧਰਮ ਦੇ ਗ੍ਰੰਥ ਵੀ ਦਾਸ ਪੜ੍ਹਦਾ ਹੈ, ਹੋਰ ਵੀ ਧਰਮਾਂ ਦੇ ਗ੍ਰੰਥ ਪੜ੍ਹਦੇ ਰਹਿੰਦੇ ਨੇ। ਇਸੇ ਤਰ੍ਹਾਂ ਵੀ ਨੌਲੇਜ ਆਉਂਦੀ ਰਵੇ, ਪਰ ਸਮਝ ਤਾਂ ਕੋਈ ਨਹੀਂ। ਕਿਉਂ ਸਮਝ ਨਹੀਂ? ਜਿਹੜੀ ਗੱਲ ਅਸੀਂ ਪੜ੍ਹੀਏ ਜਦੋਂ ਤੱਕ ਪ੍ਰੈਕਟੀਕਲੀ ਉਹਨੂੰ ਨਹੀਂ ਕਰਦੇ ਉਦੋਂ ਤੱਕ ਸਮਝ ਨਹੀਂ ਆਉਂਦੀ, ਤੇ ਜਦੋਂ ਇਸ ਪਾਸੇ ਤੁਰ ਕੇ ਪ੍ਰੈਕਟੀਕਲ ਕਰੀਦਾ ਤੇ ਉਦੋਂ ਫਿਰ ਇਹਦਾ ਅੰਤ ਹੀ ਕੋਈ ਨਹੀਂ। ਮੈਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਯਤਨ ਕਰਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਚੌਥ ਉਪਾਏ ਚਾਰੇ ਵੇਦਾ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਚੌਥ ਨੂੰ ਸਿਧਾਂਤ ਬਣਾ ਕੇ 4 ਵੇਦ ਪੈਦਾ ਹੋਏ ਨੇ। ਖਾਣੀ ਚਾਰੇ, 4 ਖਾਣੀਆਂ ਜਿਹੜੀਆਂ ਨੇ ਇਹ ਵੀ ਮੰਨੀਆਂ ਗਈਆਂ ਨੇ। ਬਾਣੀ ਭੇਦਾ, ਤੇ ਬਾਣੀ ਦੇ ਭੇਦ ਵੀ 4 ਪ੍ਰਕਾਰ ਦੇ ਦੱਸਦੇ ਨੇ। ਅਸ਼ਟ ਦਸਾ 18 ਪੁਰਾਣ, 6 ਸ਼ਾਸਤਰ ਤੇ 3 ਗੁਣ ਉਪਾਏ, ਇਹ ਵੀ ਪੈਦਾ ਹੋਏ ਦੱਸਦੇ ਨੇ। ਸੋ ਬੁਝੇ, ਜਿੱਥੇ ਆ ਕੇ ਗੱਲ ਰੁਕ ਜਾਂਦੀ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇਹ ਤਾਂ ਅਸੀਂ ਪੜ੍ਹ ਲਿਆ ਇਹਨਾਂ ਦੇ ਵਿੱਚ,
ਤੇ ਪੜ੍ਹੀ ਹੋਈ ਗੱਲ, ਜਿਹੜੀ ਸੁਣੀ ਹੋਈ ਗੱਲ ਤੇ ਪੜ੍ਹੀ ਹੋਈ ਗੱਲ ਦੇ ਨਾ, ਇਹ ਅਖਰੀ ਗਿਆਨ ਹੈ। ਇਹਨੂੰ ਗੁਰਬਾਣੀ ਸੱਚਾ ਗਿਆਨ ਨਹੀਂ ਮੰਨਦੀ। ਸੱਚਾ ਗਿਆਨ ਉਹ ਹੈ ਜਿਹੜਾ ਪ੍ਰਭੂ ਪਰਮਾਤਮਾ ਦੀ ਰਹਿਮਤ ਕਿਰਪਾ ਦੇ ਨਾਲ ਅੰਦਰੋਂ ਅਨੁਭਵ ਹੋਵੇ, ਜਿਹਨੂੰ ਅਨੁਭਵੀ ਗਿਆਨ ਆਖਿਆ ਜਾਂਦਾ ਹੈ। ਸੋ ਬੁਝੇ ਜਿਸ ਆਪ ਬੁਝਾਏ, ਸਮਝ ਉਹਨੂੰ ਆਏਗੀ ਜਿਹਨੂੰ ਅੰਦਰੋਂ ਅਨੁਭਵੀ ਗਿਆਨ ਹੋਵੇਗਾ, ਅਨੁਭਵ ਹੋ ਜਾਏਗਾ। ਤੇ ਅਨੁਭਵੀ ਗਿਆਨ ਹੈ ਜਿਹੜਾ, ਇਹ ਕਿਸੇ ਯਤਨ ਦੇ ਨਾਲ ਨਹੀਂ ਹੁੰਦਾ। ਇਹ ਫਿਰ ਹੁੰਦਾ ਕਿਵੇਂ? ਜਿਸ ਆਪ ਬੁਝਾਏ, ਜਿੰਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਸ ਨੂੰ ਸੱਚੇ ਸਤਿਗੁਰ ਆਪ ਸਮਝ ਦਿੰਦੇ ਹਨ ਜੀ। ਤੀਨ ਸਮਾਵੈ ਚੌਥੈ ਵਾਸਾ। ਹੁਣ ਇਹ ਤਿੰਨ ਨੇ ਜਿਹੜੇ, ਇਹ ਕਿੱਥੇ ਸਮਾਣਗੇ? ਤੀਨ ਸਮਾਵੈ ਚੌਥੇ ਵਾਸਾ। ਤਿੰਨ ਜਿਹੜੇ ਤਿੰਨ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਨੂੰ ਸਮਾ ਜਾਵੇ। ਚੌਥੇ ਵਾਸਾ, ਤੇ ਵਾਸਾ ਕਿੱਥੇ ਕਰਨਾ ਹੈ? ਤੁਰੀਆ ਅਵਸਥਾ ਦੇ ਵਿੱਚ, ਚੌਥੀ ਅਵਸਥਾ ਦੇ ਵਿੱਚ ਵਾਸਾ ਕਰਨਾ ਹੈ। ਮੈਂ ਇੱਕ ਵਾਰੀ ਇਹਨਾਂ ਦੋਹਾਂ ਤੁਕਾਂ ਨੂੰ ਫਿਰ ਆਧਾਰ ਬਣਾ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਰੇ ਧਰਮਾਂ ਦਾ ਸਾਨੂੰ ਗਿਆਨ ਦਿੱਤਾ, ਸੋਝੀ ਦਿੱਤੀ ਹੈ। ਪਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਜਦੋਂ ਸਾਨੂੰ ਸਾਰੇ ਧਰਮਾਂ ਦਾ, ਸਾਰੇ ਗ੍ਰੰਥਾਂ ਦਾ ਗਿਆਨ ਦਿੱਤਾ ਹੈ ਨਾ, ਉਦੋਂ ਸੱਚੇ ਸਤਿਗੁਰ ਇਹ ਆਖ ਦਿੰਦੇ ਨੇ ਵੀ ਇਹਨਾਂ ਦੇ ਵਿੱਚ ਲਿਖਿਆ ਹੈ ਤੇ ਅਸੀਂ ਤੁਹਾਨੂੰ ਦੱਸਿਆ ਹੈ, ਪਰ ਉਸ ਪਰਮਾਤਮਾ ਦਾ ਅੰਤ ਨਹੀਂ। ਤੇ ਫਿਰ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਕਿਉਂ ਨੇ? ਉਹ ਇਸ ਵਾਸਤੇ ਦੱਸਦੇ ਨੇ ਵੀ ਇਹਨਾਂ ਧਰਮਾਂ ਦੇ ਜਿਹੜੇ ਲਿਖਾਰੀ ਨੇ, ਜਿਨ੍ਹਾਂ ਨੇ ਜੋ ਕੁਝ ਲਿਖਿਆ, ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੋਈ ਸੀ ਉਹਨਾਂ ਨੂੰ ਸਮਝ ਆਈਏ। ਗਲਤ ਉਹ ਵੀ ਨਹੀਂ, ਪਰ ਉਹਨਾਂ ਦੀ ਪਹੁੰਚ ਓਨੀ, ਉਹਨਾਂ ਨੂੰ ਸਮਝ ਓਨੀ ਕੁ ਆਈਏ। ਜਿੰਨੀ ਕੁ ਸਮਝ ਆਈਏ ਉਹਨਾਂ ਕੁ ਉਹਨਾਂ ਨੇ ਲਿਖ ਦਿੱਤਾ, ਸਾਨੂੰ ਸਮਝਾ ਦਿੱਤਾ ਹੈ। ਪਰ ਅਸਲ ਸਮਝ ਜਿਹੜੀ ਉਸ ਨੂੰ ਆਏਗੀ ਜਿੰਦੇ ਤੇ ਗੁਰੂ ਦੀ ਕਿਰਪਾ ਹੋਏਗੀ, ਜਿੰਦੇ ਤੇ ਸੱਚੇ ਸਤਿਗੁਰ ਰਹਿਮਤ ਕਰਨਗੇ। ਜਿਸ ਆਪ ਬੁਝਾਏ, ਜਿੰਦੇ ਤੇ ਆਪ ਰਹਿਮਤ ਕਰਕੇ ਜਿਹਨੂੰ ਸੋਝੀ ਦੇਣਗੇ। ਹੁਣ ਜਿਹਨੂੰ ਸੋਝੀ ਦਿੰਦੇ ਨੇ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਹੁੰਦਾ ਕਿ ਤੀਨ ਸਮਾਵੈ, ਤਿੰਨ ਨੇ ਨਾ ਜਿਹੜੇ, ਉਹ ਖਤਮ ਹੋ ਜਾਂਦੇ ਨੇ। ਕਿਹੜੇ? ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹਨਾਂ ਤੋਂ ਆਪ ਭਲੀ ਭਾਂਤ ਜਾਣੋ। ਤਿੰਨ ਗੁਣ ਨੇ। ਕੋਈ ਮਨੁੱਖ ਹੈ ਉਹ ਰਾਜਨੀਤੀ ਚਾਲਬਾਜ਼ ਹੁੰਦਾ ਹੈ, ਕੋਈ ਮਨੁੱਖ ਹੈ ਉਹ ਤਾਮਸੀ ਬਿਰਤੀ ਵਾਲਾ ਹੁੰਦਾ ਹੈ, ਉਹਦੀ ਤਮਾ ਹੀ ਨਹੀਂ ਭਰਦੀ ਕਿਸੇ ਗੱਲ ਦੇ ਨਾਲ। ਤੇ ਤੀਸਰਾ ਮਨੁੱਖ ਹੈ ਜਿਹੜਾ, ਉਹ ਸਤਵਾਦੀ ਹੁੰਦਾ ਹੈ, ਸਤੋ ਬਿਰਤੀ ਵਾਲਾ ਹੁੰਦਾ ਹੈ। ਇਹਨਾਂ ਤਿੰਨਾਂ ਤੋਂ ਅੱਗੇ ਜਦੋਂ ਲੰਘ ਜਾਵੇ ਨਾ, ਫਿਰ ਤੁਰੀਆ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਤੁਰੀਆ ਅਵਸਥਾ ਦੇ ਵਿੱਚ ਨਿਰਵਾਣ ਪਦਵੀ ਦੇ ਵਿੱਚ ਚਲਾ ਗਿਆ। ਇਹ ਪਿੱਛੇ ਛੱਡ ਕੇ, ਪਿੱਛੇ ਦੇ ਸਟੇਸ਼ਨ ਨੇ, ਇਹਨਾਂ ਤੇ ਜਿਹੜਾ ਖੜ ਗਿਆ ਉਹ ਪਿੱਛੇ ਰਹਿ ਗਿਆ। ਤੇ ਜਿਹੜੀ ਮੰਜ਼ਿਲ ਹੈ ਸਾਡੀ, ਉਹ ਚੌਥੀ ਅਵਸਥਾ ਹੈ। ਇਹਨਾਂ ਤਿੰਨਾਂ ਨੂੰ ਛੱਡਣਾ ਪਏਗਾ ਤੇ ਫਿਰ ਤੁਰੀਆ ਅਵਸਥਾ ਆਏਗੀ। ਐ ਸਮਝ ਲਓ, ਇਹਨਾਂ ਤਿੰਨਾਂ ਦਾ ਤਿਆਗ ਕਰਨਾ ਪਏਗਾ, ਇਹਨਾਂ ਤਿੰਨਾਂ ਨੂੰ ਛੱਡਣਾ ਪਏਗਾ, ਫਿਰ ਚੌਥੀ ਅਵਸਥਾ ਦੀ ਪ੍ਰਾਪਤੀ ਹੋਏਗੀ। ਨਹੀਂ ਤਾਂ ਚੌਥੀ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ, ਅੱਜ ਕੱਲ੍ਹ ਦੇ ਜਿਹੜੇ ਸੰਤ ਮਹਾਤਮਾ ਨੇ ਨਾ, ਉਹ ਸਭ ਤੋਂ ਵੱਡੇ ਰਾਜਨੀਤ ਨੇ। ਜਿਹੜੇ ਅੱਜ ਕੱਲ੍ਹ ਦੇ ਗੁਰੂ ਪੀਰ ਜਾਂ ਸੰਤ ਮਹਾਤਮਾ ਆਪੋ ਬਣੇ ਨੇ ਨਾ, ਉਹ ਸਭ ਤੋਂ ਵੱਡੇ ਰਾਜਨੀਤੀ ਵਾਲੇ ਨੇ। ਉਹਨਾਂ ਕੋਲੇ ਸਭ ਤੋਂ ਵੱਡੀ ਰਾਜਨੀਤੀ। ਵੇਖੋ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਆਪਣੇ ਸਾਥੀ ਭਾਈ ਬਾਲਾ ਜੀ ਤੇ ਬਾਬਾ ਮਰਦਾਨਾ ਜੀ ਦੇ ਨਾਲ ਮਾੜੀ ਤੇ ਚੰਗੀ ਸਾਰੀ ਜਗ੍ਹਾ ਤੇ ਵਿਚਰੇ ਸਨ। ਤੇ ਇਹਨਾਂ ਨੂੰ ਤਾਂ ਕਿਸੇ ਬਾਡੀਗਾਰਡ ਦੀ ਲੋੜ ਨਹੀਂ ਪਈ। ਇਹਨਾਂ ਨੂੰ ਕਿਸੇ ਬਾਡੀਗਾਰਡ ਦੀ ਲੋੜ ਨਹੀਂ ਪਈ, ਕਿਸੇ ਹਥਿਆਰ ਜਾਂ ਅਸਲੇ ਦੀ ਵੀ ਲੋੜ ਨਹੀਂ ਪਈ। ਕਿਉਂ ਨਹੀਂ ਪਈ? ਕਿਉਂਕਿ ਇਹ ਤੁਰੀਆ ਅਵਸਥਾ, ਨਿਰਵਾਣ ਪਦਵੀ ਦੇ ਮਾਲਕ ਸਨ। ਤੇ ਜਦੋਂ ਮਨੁੱਖ ਇੱਥੇ ਚਲਾ ਜਾਂਦਾ ਹੈ, ਉਹਦੀਆਂ ਸਾਰੇ ਪ੍ਰਕਾਰ ਦੇ ਭੈ ਨੇ ਜਿਹੜੇ, ਉਹ ਨਸ਼ਟ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਮਹਾਤਮਾ ਬੁੱਧ ਦਾ ਵੀ ਆਪ ਜੀ ਨੇ ਪ੍ਰਸੰਗ ਪੜ੍ਹਿਆ ਹੋਣਾ ਹੈ। ਉਂਗਲੀ ਮਾਰ ਸੀ ਤੇ ਜੰਗਲ ਦੇ ਵਿੱਚ ਉਹਨੇ ਉਸ ਰਸਤੇ ਤੋਂ ਗੁਜ਼ਰਨ ਵਾਲਿਆਂ ਨੂੰ, ਜਿੱਧਰ ਉਹਦਾ ਵਾਸਾ ਸੀ, ਉਹਨਾਂ ਨੂੰ ਵੱਢ ਦਿੰਦਾ ਸੀ, ਲੁੱਟ ਲੈਂਦਾ ਸੀ ਤੇ ਉਹਨਾਂ ਦੀ ਉਂਗਲੀ ਵੱਢ ਕੇ ਗਲ ਦੇ ਵਿੱਚ ਪਰੋ ਕੇ ਪਾ ਲੈਂਦਾ ਸੀ। ਉਂਗਲੀ ਮਾਰ ਹੋਇਆ ਹੈ। ਇਹਦਾ ਕੰਮ ਕੀ ਸੀ? ਰਸਤੇ ਤੇ ਜਾਣ ਵਾਲਿਆਂ ਨੂੰ ਮਾਰ ਦੇਣਾ ਹੈ
ਉਹਨਾਂ ਤੋਂ ਸਮਾਨ ਲੁੱਟ ਲੈਣਾ ਤੇ ਉਹਦੀ ਉਂਗਲੀ ਵੱਢ ਕੇ ਨਾ ਗਲ ਦੇ ਵਿੱਚ ਪਰੋ ਕੇ ਪਾ ਲੈਂਦਾ ਸੀ, ਗਿਣਤੀ ਵਾਸਤੇ ਵੀ ਮੈਨੂੰ ਪਤਾ ਲੱਗਦਾ ਰਵੇ ਵੀ ਇਤਨੇ ਲੋਕ ਨੇ ਜਿਹੜੇ ਮੈਂ ਇਸ ਤੋਂ ਪਿੱਛੇ ਲੁੱਟ ਲੈਣੇ ਤੇ ਮਾਰ ਲੈਣੇ। ਹੁਣ ਮਹਾਤਮਾ ਬੁੱਧ ਉੱਧਰ ਜਾਣ ਲੱਗੇ ਨੇ ਤੇ ਇਹਨਾਂ ਦੇ ਨਾਲ ਜਿੰਨੇ ਵੀ ਚੇਲੇ ਸਨ ਨਾ ਸਾਰੇ ਪੁੱਠੇ ਮੁੜ ਗਏ ਸਨ। ਇੱਥੇ ਮੈਨੂੰ ਇੱਕ ਹੋਰ ਗੱਲ ਖਿਆਲ ਦੇ ਵਿੱਚ ਆਏਗੀ, ਆਪ ਜੀ ਨੇ ਸੁਣਿਆ ਹੋਣਾ ਨਾ ਤਿੰਨਾਂ ਚੋਂ ਤੇ ਨਾ 13 ਚੋਂ। ਆਪ ਜੀ ਨੇ ਇੱਕ ਸ਼ਬਦ ਸੁਣਿਆ ਹੋਣਾ ਆਮ ਕਹਾਵਤ ਹੈ, ਨਾ ਤਿੰਨਾਂ ਚੋਂ ਤੇ ਨਾ 13 ਚੋਂ। ਇਹ ਚੱਲੀ ਕਿੱਥੋਂ ਹੈ? ਜਿਸ ਵਕਤ ਈਸਾ ਨੂੰ ਸੂਲੀ ਤੇ ਚੜਾਉਣ ਲੱਗੇ ਸਨ ਤੇ ਇਹਦੇ ਨਾਲ 13 ਇਹਦੇ ਸੇਵਕ ਸਨ, ਚੇਲੇ ਸਿੱਖ ਸਨ, ਤੇ ਉਹਨਾਂ ਨੂੰ ਆਖਿਆ ਵੀ ਅਸੀਂ ਇਸ ਪ੍ਰਕਾਰ ਇਸ ਤਰੀਕੇ ਦੇ ਨਾਲ ਨਾ ਇੱਕ ਲੱਕੜ ਦਾ ਕਰਾਸ ਬਣਾ ਕੇ ਉਹਦੇ ਤੇ ਕਿੱਲਾਂ ਦੇ ਨਾਲ ਤੁਹਾਨੂੰ ਗੱਡਣਾ ਹੈ। ਜੇ ਤਾਂ ਇਹ ਤੁਹਾਡਾ ਗੁਰੂ ਹੈ ਤੇ ਤੁਸੀਂ ਇਹਦੇ ਸਿੱਖ ਹੋ ਤੇ ਫਿਰ ਤਾਂ ਤੁਸੀਂ ਖੜੇ ਰਹੋ, ਤੇ ਨਹੀਂ ਤਾਂ ਤੁਸੀਂ ਜਾ ਸਕਦੇ ਹੋ। 13 ਦੇ 13 ਛੱਡ ਕੇ ਭੱਜ ਗਏ ਸਨ, ਕਹਿੰਦੇ ਸਨ ਇਹ ਸਾਡਾ ਗੁਰੂ ਨਹੀਂ। ਅੱਜ ਈਸਾ ਮਸੀਹ ਦੇ ਉਪਾਸਕ ਜਿਹੜੇ ਨੇ ਜ਼ਰੂਰ ਵੱਧ ਰਹੇ ਨੇ, ਪਰ ਉਦੋਂ 13 ਦੇ 13 ਛੱਡ ਗਏ ਸਨ ਤੇ ਇਕੱਲੇ ਨੂੰ ਸੂਲੀ ਤੇ ਚੜਾਇਆ ਸੀ। ਤੇ 3 ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਕਰਨਾ ਸੀ, ਤੇ ਉਦੋਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹਨਾਂ ਵੀ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਸੀ ਵੀ ਜੇ ਤੁਸੀਂ ਆਖਦੇ ਹੋ ਨਾ ਸਾਡਾ ਗੁਰੂ ਨਹੀਂ ਤੇ ਤੁਸੀਂ ਬਚ ਸਕਦੇ ਹੋ, ਤੇ ਨਹੀਂ ਤਾਂ ਇਹਨਾਂ ਤੋਂ ਪਹਿਲਾਂ ਤੁਹਾਨੂੰ ਇਹਨਾਂ ਤਰੀਕਿਆਂ ਦੇ ਨਾਲ ਸ਼ਹੀਦ ਕਰਨਾ ਹੈ ਅਸੀਂ। ਤੇ ਕਹਿੰਦੇ ਸਾਡਾ ਗੁਰੂ ਇਸ ਦੇ ਸਿੱਖਾਂ, ਤੇ ਸਾਡੀ ਇਹ ਵੀ ਬੇਨਤੀ ਹੈ ਵੀ ਸਾਡਾ ਮੂੰਹ ਸਾਡੇ ਗੁਰੂ ਦੇ ਵੱਲ ਹੀ ਹੋਵੇ, ਕੰਡ ਕਰਕੇ ਨਾ ਸ਼ਹੀਦ ਕਰਿਓ, ਸ਼ਹੀਦ ਕਰ ਦਿਓ। ਉਦੋਂ ਤੋਂ ਫਿਰ ਇਹ ਕਹਾਵਤ ਉਹਨਾਂ ਲੋਕਾਂ ਤੇ ਬਣ ਗਈ ਜਿਹੜੇ ਖਾਣ ਵੇਲੇ ਤਾਂ ਗੁਰੂ ਘਰ ਢੁਕੇ ਰਹਿੰਦੇ ਨੇ, ਤੇ ਜਦੋਂ ਸੇਵਾ ਦੀ ਵਾਰੀ ਆਉਂਦੀ ਹੈ ਫਿਰ ਜੁੱਤੀਆਂ ਪਾ ਕੇ ਰਾਹ ਲੱਗਦੇ ਨੇ। ਭਾਈ ਨਾ ਇਹ ਤਿੰਨਾਂ ਚੋਂ ਤੇ ਨਾ 13 ਚੋਂ। ਚੰਗਾ ਕੜਾਹ ਪ੍ਰਸ਼ਾਦ ਬਣਿਆ ਹੋਵੇ ਨਾ, ਚੰਗੀ ਖੀਰ ਬਣੀ ਹੋਵੇ, ਜਲੇਬੀਆਂ ਹੋਣ, ਤੇ ਫਿਰ ਅਸੀਂ ਬੜੇ ਇਕੱਠੇ ਹੋ ਜਾਂਦੇ ਹਾਂ। ਗੁੱਸਾ ਨਾ ਕਰਿਓ, ਬਿਲਕੁਲ ਸੱਚਾਈ ਹੈ। ਸਪੀਕਰ 'ਚ ਬੋਲ ਦਿਓ ਵੀ ਅੱਜ ਇਸ ਚੀਜ਼ ਦਾ ਲੰਗਰ ਹੈ ਤੇ ਬੜਾ ਇਕੱਠ ਹੋ ਜਾਏਗਾ, ਤੇ ਸਪੀਕਰ 'ਚ ਅਸੀਂ ਬੋਲ ਦਿੰਦੇ ਹਾਂ ਵੀ ਆ ਬਾਹਰ ਥੋੜ੍ਹੀ ਜਿਹੀ ਮਿੱਟੀ ਪਈ ਹੈ ਤੇ ਅੰਦਰ ਰੱਖਣੀ ਹੈ ਤੇ ਕੋਈ ਨਹੀਂ ਆਏਗਾ ਖੜ੍ਹਨ। ਜਿਹੜੇ ਹੈਗੇ ਨੇ ਉਹ ਵੀ ਮੇਰੇ ਵਰਗੇ ਅੰਦਰ ਕਮਰਿਆਂ 'ਚ ਵੜ ਜਾਣਗੇ। ਸੋ ਅਸੀਂ ਨਾ ਤਿੰਨਾਂ ਚੋਂ ਤੇ ਨਾ 13 ਚੋਂ। ਨਾ ਤਾਂ ਅਸੀਂ ਇਹ ਆਖਦੇ ਵੀ ਅਸੀਂ ਗੁਰੂ ਦੇ ਸਿੱਖ ਨਹੀਂ, ਚਲੋ ਖਹਿੜਾ ਤਾਂ ਛੁੱਟਿਆ ਨਾ, ਤੇ ਨਾ ਹੀ ਅਸੀਂ ਫਿਰ ਗੁਰੂ ਮਹਾਰਾਜ ਜੀ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ। ਉਦੋਂ ਇਹ ਕਹਾਵਤ ਬਣ ਗਈ ਨਾ ਤਿੰਨਾਂ ਚੋਂ ਤੇ ਨਾ 13 ਚੋਂ। ਹੁਣ ਮਹਾਤਮਾ ਬੁੱਧ ਇਹ ਤੁਰੇ ਉਸ ਰਸਤੇ ਨੇ ਜਿਹੜੇ ਰਸਤੇ ਉਂਗਲੀ ਮਾਰ ਰਹਿੰਦਾ, ਤੇ ਇਹਨਾਂ ਦੇ ਵੀ ਸਾਰੇ ਸੇਵਕ ਸਨ ਜਿਹੜੇ। ਆਨੰਦ ਇਹਨਾਂ ਦਾ ਭਤੀਜਾ ਵੀ ਸੀ ਤੇ ਇਹਨਾਂ ਦਾ ਅਨੰਨ ਭਗਤ ਵੀ ਸੀ, ਉਹ ਵੀ ਛੱਡ ਕੇ ਪਰਾਂ ਹੋ ਗਿਆ ਸੀ। ਫਿਰ ਇਕੱਲੇ ਰਹਿ ਗਏ ਸਨ ਮਹਾਤਮਾ ਬੁੱਧ। ਜਦੋਂ ਗਏ ਤੇ ਅੱਗੋਂ ਉਂਗਲੀ ਮਾਰਨੇ ਆਖੇ ਤਾਂ ਉਹ ਸਾਧੂ ਜਿਹਾ ਲੱਗਦਾ, ਇਹਦੇ ਕੋਲ ਤਾਂ ਕੁਝ ਹੋਣਾ ਨਹੀਂ। ਜਦੋਂ ਸਾਹਮਣੇ ਆਇਆ ਤੇ ਕਹਿੰਦਾ ਜੀ ਤੁਸੀਂ ਸਾਧੂ ਜੇ ਲੱਗਦੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ, ਚਲੇ ਜਾਓ, ਨਹੀਂ ਤਾਂ ਮੇਰਾ ਸੁਭਾਅ ਹੈ ਮੈਂ ਕਤਲ ਕਰ ਦੇਣਾ ਹੈ। ਮਹਾਤਮਾ ਬੁੱਧ ਜੀ ਕਹਿੰਦੇ ਅਸੀਂ ਕਤਲ ਹੋਣ ਵਾਸਤੇ ਹੀ ਆਏ ਹਾਂ, ਤੂੰ ਚੱਕ ਕੁਹਾੜਾ। ਤੇ ਤੋਂ ਕੁਹਾੜਾ ਨਹੀਂ ਸੀ ਚੱਕਿਆ ਗਿਆ। ਗੱਲ ਕਿੱਥੋਂ ਚੱਲੀ ਹੈ? ਰਾਜਨੀਤੀ ਗੁਰੂ ਤੇ ਰਾਜਨੀਤੀ ਬਾਬਿਆਂ ਤੋਂ, ਜਿਨ੍ਹਾਂ ਦੇ ਵਿੱਚ ਸੱਤ ਉਹ ਸੱਚੇ ਸਤਿਗੁਰ ਦਾ ਹੁੰਦਾ ਹੈ। ਉਹਨਾਂ ਦੇ ਉੱਤੇ ਕੋਈ ਹਥਿਆਰ ਵੀ ਨਹੀਂ ਜੇ ਚੱਲਦਾ, ਉਹਨਾਂ ਨੂੰ ਬਾਡੀਗਾਰਡ ਜਾਂ ਹੋਰ ਦੀ ਲੋੜ ਨਹੀਂ। ਪਰ ਅੱਜ ਸਮਾਂ ਜਿਹੜਾ ਕੋਈ ਵੀ ਨਿਰਵਾਣ ਪਦਵੀ ਦਾ ਮਾਲਕ ਨਹੀਂ ਦਿਸ ਰਿਹਾ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, 3 ਸਮਾਵੇ ਚੌਥੇ ਵਾਸਾ। ਇਸ ਤਰ੍ਹਾਂ ਭਾਈ 3 ਨੇ ਜਿਹੜੇ ਗੁਣ ਇਹ ਪਿੱਛੇ ਰਹਿ ਜਾਣ, ਤੇ ਚੌਥੀ ਅਵਸਥਾ ਜਿਹੜੀ ਤੁਰੀਆ ਅਵਸਥਾ ਵੀ ਆਖ ਦਿੰਦੇ ਨੇ, ਨਿਰਵਾਣ ਪਦਵੀ ਵੀ ਆਖ ਦਿੰਦੇ ਨੇ, ਉਹ ਇਸ ਦੇ ਵਿੱਚ ਫਿਰ ਵਸਣ ਲੱਗ ਜਾਂਦਾ ਹੈ। ਚੌਥੇ ਵਾਸਾ ਉਹ ਗੁਰਮੁਖ ਪਿਆਰੇ ਗੁਰਸਿੱਖ ਦਾ, ਕਿਸ ਦਾ? ਜਿਸ ਆਪ ਬਜਾਏ, ਜਿਹਨੂੰ ਆਪ ਗੁਰੂ ਕਿਰਪਾ ਕਰੇ ਨਾ ਸਮਝ ਦੇਵੇ, ਤੇ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਉਹ ਫਿਰ ਨਿਰਵਾਣ ਪਦਵੀ ਦੇ ਵਿੱਚ ਵਸਣ ਲੱਗ ਜਾਂਦਾ ਹੈ, ਰਹਿਣ ਲੱਗ ਜਾਂਦਾ ਹੈ। ਉਹ ਤਿੰਨਾਂ ਤੋਂ ਪਿੱਛੇ ਹਟ ਜਾਂਦਾ, ਤਿੰਨੇ ਉਸ ਤੋਂ ਪਿੱਛੇ ਹਟ ਜਾਂਦੇ ਹਨ ਜੀ। ਹਨੂਮਤ ਨਾਨਕ ਹਮ ਤਾਕੇ ਦਾਸਾ। ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ, ਉਸ ਗੁਰਸਿੱਖ ਦੇ ਅਸੀਂ ਫਿਰ ਆਪ ਦਾਸ ਹਾਂ। ਪ੍ਰਣਵਤ ਨਾਨਕ ਹਮ ਤਾਕੇ ਦਾਸਾ। ਧੰਨ ਗੁਰੂ ਮਹਾਰਾਜ ਜੀ ਵੇਖੋ, ਪ੍ਰਣਵਤ ਦਾ ਅਰਥ ਹੁੰਦਾ ਹੈ, ਪਰਨ ਦਾ ਅਰਥ ਹੁੰਦਾ ਹੈ ਜਿਵੇਂ ਆਪਾਂ ਵਚਨ ਦੇ ਦਿੰਦੇ ਹਾਂ ਵੀ ਮੈਂ ਤੇਰਾ ਇਹ ਕੰਮ ਕਰ ਦਿਆਂਗਾ, ਇਹ ਵਚਨ ਹੋ ਗਿਆ। ਵਤ ਦੇ ਵਿੱਚ ਬੱਝਿਆ ਰਹਿਣਾ।
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਸੀਂ ਵਚਨ ਦੇ ਵਿੱਚ ਵੱਜ ਕੇ ਆਖਦੇ ਹਾਂ ਵੀ ਅਸੀਂ ਉਹਦੇ ਦਾਸ ਬਣ ਜਾਾਂਗੇ। ਬਿਨਵੰਤ ਦਾ ਅਰਥ ਹੁੰਦਾ ਬੇਨਤੀ ਪੂਰਵਕ, ਤੇ ਪ੍ਰਣਵਤ ਦਾ ਅਰਥ ਹੁੰਦਾ ਵਚਨ ਦੇ ਵਿੱਚ ਵੱਜ ਕੇ। ਵੈਸੇ ਆਮ ਅਸੀਂ ਵਿਦਵਾਨ ਆ ਜਿਹੜੇ ਇਹੀ ਅਰਥ ਕਰ ਦਿੰਦੇ ਆ ਵੀ ਗੁਰੂ ਨਾਨਕ ਦੇਵ ਜੀ ਨੇ ਦਾਸਾ ਭਾਵ ਦੇ ਵਿੱਚ ਇਹ ਪਾਵਨ ਸ਼ਬਦ ਇੱਥੇ ਰਚਨਾ ਕੀਤਾ ਹੈ। ਸੋ ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ ਵੀ ਜਿੰਦੇ ਤੇ ਸੱਚੇ ਸਤਿਗੁਰ ਦੀ ਕਿਰਪਾ ਹੋ ਜਾਵੇ ਉਹ ਚੌਥੀ ਪਦਵੀ ਨਿਰਵਾਣ ਪਦਵੀ ਤੁਰਿਆ ਅਵਸਥਾ ਦੇ ਵਿੱਚ ਵਾਸਾ ਕਰ ਲੈਂਦਾ ਏ। ਤੇ ਸੱਚੇ ਸਤਿਗੁਰੂ ਰਹਿਮਤ ਕਰਦੇ ਨੇ, ਹਮ ਤਾਕੇ ਦਾਸਾ, ਅਸੀਂ ਉਸ ਗੁਰਮੁਖ ਪਿਆਰੇ ਗੁਰਸਿੱਖ ਦੇ ਦਾਸ ਹਾਂ ਜਿਹਨੂੰ ਇਹ ਪਦਵੀ ਪ੍ਰਾਪਤ ਹੋ ਗਈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਵਿਚਾਰਾਂ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਉਕ ਚੁੱਪ ਹੋ ਜਾਂਦੀ ਹੈ, ਖਿਆਲ ਹੁੰਦੇ ਨੇ ਅੱਗੇ ਆ ਜਾਂਦੇ ਨੇ, ਫਿਰ ਉਹ ਅੱਗੇ ਆਪੇ ਹੀ ਚੱਲ ਪੈਂਦੇ ਨੇ। ਬਖਸ਼ ਦਿਆ ਕਰੋ ਇਸ ਨਿਮਾਣੇ ਜੇ ਨੂੰ। ਆਪ ਜੀ ਦੇ ਚਰਨ ਸੇਵਕਾਂ, ਤੁਹਾਡੇ ਚਰਨਾਂ ਦੀ ਸੇਵਾ ਸੱਚੇ ਸਤਿਗੁਰੂ ਨੇ ਦਿੱਤੀ ਹੈ ਤੇ ਇਸੇ ਤਰ੍ਹਾਂ ਹੀ ਦਿੰਦੇ ਰਹਿਣ, ਕਰਦੇ ਰਹੀਏ। ਦੇਹੋ ਸੱਜਣ ਆਸੀਸ ਰਿਆ, ਜੋ ਹੋਏ ਸਹਿਬ ਸਿਉ ਮੇਲ।